ਪੰਜਾਬੀ ਗਾਇਕ ਕੇ ਦੀਪ ਤੇ ਪਿਛਲੇ ਦਿਨੀ ਉਹਨਾਂ ਦੀ ਸਿਹਤ ਨਾਸਾਜ਼ ਹੋਈ। ਸੋਸ਼ਲ ਮੀਡੀਆ ਤੇ ਉਹਨਾਂ ਦੀ ਮੌਤ ਦੀਆਂ ਅਫਵਾਹਾਂ ਫੈਲੀਆਂ। ਵਿਕੀਪੀਡੀਆ ਤੱਕ ਉਹਨਾਂ ਦੀ ਮੌਤ ਦੀ ਖਬਰ ਦੱਸੀ ਗਈ, ਪਰ ਅਜਿਹਾ ਨਹੀਂ ਹੈ। ਡੈਡ ਹੁਣ ਥੋੜ੍ਹਾ ਜਿਹਾ ਫੀਲਿੰਗ ਬੈਟਰ, ਰਿਕਵਰਿੰਗ। ਤੁਹਾਡੇ ਨਾਲ ਕੁਝ ਲੋਕ ਦੁੱਖ ਸਾਂਝਾ ਕਰ ਰਹੇ ਨੇ। ਇਸ ਤਰ੍ਹਾਂ ਦੀ ਅਫਵਾਹ ਫੈਲੀ ਜਦੋਂ ਤੋਂ। पर ये न्यूज़ सुन के ज़रा दिल दुखिया कि भी हाउ कुड दे इवन डिक्लेयर समथिंग विदाउट कंफर्मिंग विद द फैमिली। ਇੱਥੇ ਰੇਸ ਦੀ ਗੇਮ ਖੇਲ ਰਹੇ ਕਿ ਮੇਰੀ ਪਹਿਲ ਹੋ ਜਾਵੇ। ਮੈਨੂੰ ਨਿਊਜ਼ ਮਿਲੀ ਹੈ ਵਿਦਾਊਟ ਕਨਫਰਮਿੰਗ ਵਿਦ ਦ ਫੈਮਿਲੀ। ਉਹਨਾਂ ਨੇ ਨਿਊਜ਼ ਪਾਤੀ। ਉਹਨਾਂ ਦਾ ਫੇਸਬੁੱਕ ਚੱਲ ਰਿਹਾ, ਉਹਨਾਂ ਦੀ YouTube ਚੱਲ ਪਏ। ਜੀ ਲੋਕੀ ਫੋਨ ਕਰਕੇ ਹੀ ਪੁੱਛਣ ਲੱਗੇ ਸੀ ਵੀ ਭੋਗ ਕਦੋਂ ਹੈ, ਵੀ ਅਸੀਂ ਸੰਸਕਾਰ ਲਈ ਕਦੋਂ ਆਈਏ, ਸੌਰੀ ਅਸੀਂ ਮਿਸ ਕਰ ਗਏ। ਓਵਰਸੀਜ਼ ਤੋਂ ਵੀ ਕਾਲ ਆ ਰਹੀ ਸੀ। ਸਾਰੀ ਰਾਤ ਜਾਗ ਕੇ ਉਹਨਾਂ ਨੇ ਸਾਰੀ ਇੱਕ ਇੱਕ ਕਾਲ ਦਾ ਜਵਾਬ ਮੈਨੂੰ ਦੇਣਾ ਪੈ ਰਿਹਾ ਸੀਗਾ ਕਿ ਵੀ ਸਾਰਿਆਂ ਨੂੰ ਤਸੱਲੀ ਹੋ ਜਾਵੇ ਕਿ ਨਹੀਂ, ਇਟ ਇਜ਼ ਨਥਿੰਗ ਲਾਈਕ ਦੈਟ। ਬਟ ਇਹ ਜੀ ਬੇਬੁਨਿਆਦ ਨਿਊਜ਼ ਪਾਣੀ ਪਹਿਲਾਂ ਕਨਫਰਮ ਕਰ ਲੈਣਾ ਚਾਹੀਦਾ। ਮੌਤ ਤੇ ਜ਼ਿੰਦਗੀ ਦੇ ਖੇਲ ਵਿੱਚ ਆਲਰੇਡੀ 3 ਮਹੀਨਿਆਂ ਤੋਂ ਅਸੀਂ ਖੇਲ ਰਹੇ ਹਾਂ ਅਤੇ ਉਹ ਅਚਾਨਕ ਇਹਨਾਂ ਨੇ ਉਸ ਚੀਜ਼ ਦਾ ਐਡਵਾਂਟੇਜ ਚੱਕ ਕੇ ਉਹਨੂੰ ਫਲੇਅਰ ਅਪ ਕਰਤਾ ਜਸਟ ਟੂ ਵਿਨ ਦ ਗੇਮ। ਮੈਂ ਆਈ ਵਾਜ਼ ਟੋਟਲੀ ਸ਼ੌਕਡ, ਆਈ ਵਾਜ਼ ਸਰਪ੍ਰਾਈਜ਼ਡ। ਮੈਂ ਬਾਹਰ ਬੈਠੀ ਜਦੋਂ ਮੈਨੂੰ ਨਿਊਜ਼ ਆਈ ਹੈ, ਮੈਂ ਇੱਕਦਮ ਘਬਰਾ ਗਈ। ਭੱਜ ਕੇ ਕਮਰੇ 'ਚ ਜਾ ਕੇ ਦੇਖਿਆ ਕਿ ਕੁਛ ਹੋ ਤਾਂ ਨਹੀਂ ਗਿਆ ਵਾਕਈ। ਥੋੜੀ ਯਾਦਦਾਸ਼ਤ ਚਲੇਗੀ ਹੈ ਨਾ, ਥੋੜਾ ਜਿਹਾ ਸੈਡ ਹੁੰਦੇ ਹੋ ਇਸ ਗੱਲੋਂ। ਦੈਟ ਇਜ਼ ਵੈਰੀ ਸੈਡ ਮੂਮੈਂਟ ਕਿ ਹੁਣ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਹੈ। ਬੜੀ ਮੁਸ਼ਕਿਲ ਨਾਲ ਯਾਦ ਕਰਾਉਂਦੇ ਹਾਂ ਤਾਂ ਉਹ ਬਸ ਬਲੈਂਕਲੀ ਦੇਖਦੇ ਹੈ ਅਤੇ ਉਸ ਚੀਜ਼ ਨਾਲ ਅੱਖਾਂ ਭਰ ਆਉਂਦੀਆਂ। ਸਰਕਾਰ ਦੇ ਪੱਖ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਕੁਝ ਕਰ ਸਕਦੀ ਹੈ ਤੁਹਾਡੀ, ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ, ਕਿਵੇਂ ਦੀ ਹੈਲਪ ਚਾਹੁੰਦੇ ਹੋ ਤੁਸੀਂ? ਵੈਸੇ ਰੱਬ ਦਾ ਦਿੱਤਾ ਹੋਇਆ ਸਾਰਾ ਕੁਛ ਹੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਵੀ ਮੈਂ ਕਿਸ ਪਾਸਿਓਂ ਹੈਲਪ ਮੰਗਾਂ, ਪਰ ਇਹ ਮੈਂ ਸਰਕਾਰ 'ਤੇ ਹੀ ਛੱਡਿਆ ਹੈ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ, ਵਿਧਾਇਕ ਹੋਣ ਕੋਈ ਇਲਾਕੇ ਦੇ ਜਾਂ ਇਵਨ ਕੋਈ ਮਿਨਿਸਟਰ ਹੋਣ, ਕਿਉਂਕਿ ਸਾਡੇ ਕਲਚਰਲ ਅਫੇਅਰਸ ਦੇ ਮਿਨਿਸਟਰ ਹੁੰਦੇ ਨੇ, ਕੋਈ ਹੁਣ ਤੱਕ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਡੇ ਤੱਕ ਕੋਈ ਪਹੁੰਚ ਹੋਈ ਹੈ ਇਸ ਤਰ੍ਹਾਂ ਦੀ? ਨਹੀਂ, ਕੋਈ ਕਿਸੇ ਨੇ ਮੈਨੂੰ ਕੰਟੈਕਟ ਨਹੀਂ ਸੀ ਕੀਤਾ ਜਦ ਤੱਕ ਮੈਂ ਅੱਗੇ ਵੱਧ ਕੇ ਉਹਨਾਂ ਨੂੰ ਆਵਾਜ਼ ਨਹੀਂ ਦਿੱਤੀ। ਮੇ ਬੀ ਡਿਊ ਟੂ ਲੈਕ ਆਫ ਇਨਫੋਰਮੇਸ਼ਨ, ਸੋ ਦੇ ਕੁਡਨਟ ਡੂ ਐਨੀਥਿੰਗ। ਬਟ ਨਾਓ ਆਈ ਐਮ ਓਵਰਵੈਲਮਡ ਕਿ ਲੋਕਾਂ ਨੇ ਜਿੱਦਾਂ ਮੈਂ ਮੈਸੇਜ ਪਹੁੰਚਾਉਣਾ ਸ਼ੁਰੂ ਕੀਤਾ, ਸਾਰਿਆਂ ਨੇ ਸਤਿਕਾਰ ਔਰ ਪਿਆਰ ਦਿਖਾਇਆ ਐਂਡ ਦ ਗਵਰਨਮੈਂਟ ਇਜ਼ ਆਲਸੋ ਅਪਰੋਚਿੰਗ ਮੀ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਕਿਸੇ ਮੈਰਿਜਸ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਡੀਜੇ 'ਤੇ ਜਿਹੜੇ ਉਹ ਜ਼ਰੂਰ ਐਂਡ ਦੇ ਵਿੱਚ, ਚਾਹੇ ਉਹ ਬੜਾ ਕਰਾਰਾ ਪੂਦਨਾ ਜਾਂ ਹੋਰ ਬਹੁਤ ਸਾਰੇ ਸੌਂਗ ਜਾਂ ਬਾਬਾ ਵੇ ਕਲਾ ਮਰੋੜ, ਉਹ ਜ਼ਰੂਰ, ਉਹ ਤੋਂ ਬਿਨਾਂ ਸ਼ਾਇਦ ਵਿਆਹ ਅਧੂਰੇ ਹੁੰਦੇ ਨੇ ਹੁਣ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਕਿਸੇ ਮੈਰਿਜਸ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਡੀਜੇ 'ਤੇ ਜਿਹੜੇ ਉਹ ਜ਼ਰੂਰ ਐਂਡ ਦੇ ਵਿੱਚ, ਚਾਹੇ ਉਹ ਬੜਾ ਕਰਾਰਾ ਪੂਦਨਾ ਜਾਂ ਹੋਰ ਬਹੁਤ ਸਾਰੇ ਸੌਂਗ ਜਾਂ ਬਾਬਾ ਵੇ ਕਲਾ ਮਰੋੜ, ਉਹ ਜ਼ਰੂਰ, ਉਹ ਤੋਂ ਬਿਨਾਂ ਸ਼ਾਇਦ ਵਿਆਹ ਅਧੂਰੇ ਹੁੰਦੇ ਨੇ ਹੁਣ ਵੀ। ਚਾਹੁੰਦੇ ਹੋ ਆਪਣੇ ਫੈਨਸ ਨੂੰ? ਉਹ ਕਹਿੰਦੇ ਕਿ ਦੀਪ ਜੀ ਹੋਰੀ ਜਲਦੀ ਠੀਕ ਹੋ ਜਾਣ, ਸਾਰੇ ਇਹ ਕਹਿ ਰਹੇ ਨੇ। ਤੁਸੀਂ ਜਲਦੀ ਸਿਹਤਯਾਬ ਹੋ ਜਾਓ, ਸਿਹਤਮੰਦ ਹੋ ਜਾਓ, ਠੀਕ ਠਾਕ ਹੋ ਜਾਓ ਤੁਸੀਂ। I'm trying my best to get ready as immediate as possible to get ready. I will do everything and work. Don't worry. ਠੀਕ ਹੈ, ਸਹੀ ਹੋ ਤੁਸੀਂ, ਠੀਕ ਹੋ ਹੁਣ? ਬਿਲਕੁਲ। ਤੁਸੀਂ ਬਹੁਤ ਸਾਰਾ ਗਾਇਆ, ਬਹੁਤ ਗਾਣੇ ਗਾਏ, ਸੱਭਿਆਚਾਰ ਦੀ ਬਹੁਤ ਵੱਡੀ ਸੇਵਾ ਕੀਤੀ ਤੁਸੀਂ। ਥੈਂਕ ਯੂ ਵੈਰੀ ਮਚ। ਤੁਹਾਡੇ ਚਾਹੁਣ ਵਾਲੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਤੁਸੀਂ ਸਹੀ ਹੋ, ਕੋਈ ਗੱਲਬਾਤ ਉਹਨਾਂ ਨਾਲ ਕਰਨੀ ਚਾਹੁੰਦੇ ਹੋ? ਉਹ ਤੁਹਾਨੂੰ ਦੇਖ ਰਹੇ ਨੇ। ਉਹਨਾਂ ਨੂੰ ਬਹੁਤ ਅੱਛੀ ਤੋਂ ਅੱਛੀ ਚੀਜ਼ ਕੋਈ ਨਾ ਕੋਈ ਦਿਖਾਉਣੀ ਚਾਹੁੰਦਾ। ਮਾਈ ਮੋਣ ਵਾਲਾ ਕੋਈ ਡਾਇਲੌਗ? ਉਹ ਤਾਂ ਮਾਈ ਟੋਲੇ ਕਹਿਰ ਹੋਏਗਾ। ਡੋਂਟ ਵਰੀ। ਚਲੋ ਠੀਕ ਹੈ, ਕੱਲ੍ਹ ਨੂੰ ਆ ਜਾ ਸਾਰਾ। ਠੀਕ ਹੈ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪੰਜਾਬੀ ਗਾਇਕ ਕੇ ਦੀਪ, ਜਿਹੜੇ ਬਹੁਤ ਮਕਬੂਲ ਆਪਣੇ ਸਮੇਂ ਦੇ ਵਿੱਚ ਰਹੇ। ਕਈ ਦਹਾਕਿਆਂ ਤੱਕ ਉਹਨਾਂ ਨੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਤੇ ਪਿਛਲੇ ਦਿਨੀ ਉਹਨਾਂ ਦੀ ਸਿਹਤ ਨਾਸਾਜ਼ ਹੋਈ, ਹਸਪਤਾਲ ਭਰਤੀ ਕਰਵਾਇਆ ਗਿਆ। ਹੁਣ ਉਹ ਘਰ ਆ ਗਏ ਨੇ, ਪਰ ਸੋਸ਼ਲ ਮੀਡੀਆ ਤੇ
ਉਹਨਾਂ ਦੀ ਮੌਤ ਦੀਆਂ ਅਫਵਾਹਾਂ ਫੈਲੀਆਂ, ਵਿਕੀਪੀਡੀਆ ਤੱਕ ਉਹਨਾਂ ਦੀ ਮੌਤ ਦੀ ਖਬਰ ਦੱਸੀ ਗਈ। ਬਹੁਤ ਸਾਰੇ ਗਾਇਕਾਂ, ਬਹੁਤ ਸਾਰੇ ਚਾਹੁਣ ਵਾਲਿਆਂ ਨੂੰ ਠੇਸ ਪਹੁੰਚੀ, ਪਰ ਅਜਿਹਾ ਨਹੀਂ ਹੈ ਅਤੇ ਅਸੀਂ ਉਹਨਾਂ ਦੇ ਘਰ ਮੌਜੂਦ ਹਾਂ ਅਤੇ ਕੇਦੀਪ ਹੋਰਾਂ ਦੀ ਬੇਟੀ ਬਿੱਲੀ ਇਸ ਵੇਲੇ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਜਿਹੜੇ ਚਾਹੁਣ ਵਾਲੇ ਨੇ, ਜਿਹੜੇ ਤੁਹਾਡੇ ਬਹੁਤ ਕਲੋਜ਼ ਨੇ, ਨੋਨ ਨੇ, ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਕਿ ਕੇਦੀਪ ਜੀ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਹੈ। ਡੈਡ ਹੁਣ ਥੋੜ੍ਹਾ ਜਿਹਾ ਇਜ਼ ਫੀਲਿੰਗ ਬੈਟਰ, ਰਿਕਵਰਿੰਗ, ਹੋਸ਼ ਆਇਆ, ਅੱਖਾਂ ਖੋਲ੍ਹੀਆਂ ਨੇ, ਥੋੜ੍ਹੀ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ, ਵਿਚ ਇਜ਼ ਅ ਗੁੱਡ ਨਿਊਜ਼। ਡੈਡੀ ਥੋੜ੍ਹਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਥੋੜ੍ਹੀ ਜਿਹੀ ਉਹਦੇ 'ਤੇ ਉਹ ਮੈਮਰੀ ਫਲਕਚੁਏਟ ਹੋ ਰਹੀ ਹੈ, ਬਟ ਹੀ ਇਜ਼ ਰਿਕਵਰਿੰਗ। ਤੁਹਾਨੂੰ ਵੀ ਫੋਨ ਕਾਲਸ ਆ ਰਹੀਆਂ ਨੇ ਜਾਂ ਵਟਸਐਪ ਮੈਸੇजेस ਕਿ ਕਿਸ ਤਰ੍ਹਾਂ ਇਹ ਹਾਲਤ, ਜਾਂ ਤੁਹਾਡੇ ਨਾਲ ਕੁਝ ਲੋਕ ਦੁੱਖ ਸਾਂਝਾ ਕਰ ਰਹੇ ਨੇ ਇਸ ਤਰ੍ਹਾਂ ਦੀ ਅਫਵਾਹ ਫੈਲੀ ਜਦੋਂ ਤੋਂ? ਬਿਲਕੁਲ ਕਰ ਰਹੇ ਨੇ। ਇੱਕਦਮ ਰਿਸਪੌਂਸ ਆਇਆ ਜਿਹੜਾ ਚੰਗਾ ਵੀ ਲੱਗਿਆ ਕਿ ਵੀ ਇਹਨਾਂ ਲੋਕੀ ਪਿਆਰ ਆਪਣਾ ਇਹਨੇ ਲੈਜੈਂਡ ਕਲਾਕਾਰ ਦਾ ਇੰਨਾ ਉਹਨੂੰ ਸਤਿਕਾਰ ਕਰ ਰਹੇ ਨੇ। ਪਰ ਇਹ ਨਿਊਜ਼ ਸੁਣ ਕੇ ਜ਼ਰਾ ਦਿਲ ਦੁਖਿਆ ਕਿ ਵੀ ਹਾਊ ਕੁਡ ਦੇ ਇਵਨ ਡਿਕਲੇਅਰ ਸਮਥਿੰਗ ਵਿਦਆਊਟ ਕਨਫਰਮਿੰਗ ਵਿਦ ਦ ਫੈਮਿਲੀ। ਸੋ ਹਾਂ ਬਿਲਕੁਲ ਕਰ ਰਹੇ ਨੇ, ਪਰਿਵਾਰ ਸਾਰੇ ਬਿਲਕੁਲ ਫਿਕਰ ਪੈ ਗਿਆ ਉਹਨਾਂ, ਸਾਰੇ ਘਰੇ ਆ ਗਏ, ਬੈਲਾਂ ਵੱਜਣੀਆਂ ਸ਼ੁਰੂ ਹੋ ਗਈਆਂ, ਫੋਨ ਆਉਣੇ ਸ਼ੁਰੂ ਹੋ ਗਏ। ਇਟ ਵਾਜ਼ ਕੁਆਇਟ ਡਿਸਟਰਬਿੰਗ, ਬਟ ਸੀਇੰਗ ਦੈਟ ਆਡੀਅੰਸ ਇਜ਼ ਕੰਸਰਨ ਆਫ ਅ ਵੈਲਬੀਂਗ, ਡੈਡੀ ਦੇ ਫਿਕਰ ਕਰ ਰਹੇ ਨੇ, ਇਹ ਸੁਣ ਕੇ ਥੋੜ੍ਹਾ ਚੰਗਾ ਵੀ ਲੱਗਿਆ। ਪਰ ਬਹੁਤ ਹਾਲੇ ਵੀ ਇਸ ਤਰ੍ਹਾਂ ਦੀ ਅਫਵਾਹ, ਕਿਉਂਕਿ ਜਦੋਂ ਅਫਵਾਹ ਕੋਈ ਫੈਲਦੀ ਹੈ ਤਾਂ ਬਹੁਤੇ ਲੋਕ ਕਨਫਰਮ ਨਹੀਂ ਕਰਦੇ, ਰੀਚੈੱਕ ਨਹੀਂ ਕਰਦੇ, ਕ੍ਰੋਸ ਚੈੱਕ ਨਹੀਂ ਕਰਦੇ, ਉਹ ਦੂਰ ਤੱਕ ਚਲੇ ਜਾਂਦੀ ਹੈ। ਅਤੇ ਜਿਹੜੀ ਅਸਲ ਨਿਊਜ਼ ਹੁੰਦੀ ਹੈ ਕਿ ਹਾਂ ਉਹ ਸਹੀ ਨੇ, ਉਹ ਕਈ ਵਾਰੀ ਨਹੀਂ ਪਹੁੰਚਦੀ ਹੈਗੀ। ਅਤੇ ਕਿਸ ਨੇ ਫੈਲਾਈ ਹੋ ਸਕਦੀ ਹੈ, ਕਿਉਂ ਫੈਲਾਈ ਹੋ ਸਕਦੀ ਹੈ, ਕੀ ਲੱਗਦਾ ਤੁਹਾਨੂੰ? ਜਿਹੜੇ ਫੈਲਾਉਣ ਵਾਲੇ ਨੇ ਅਨਪੜ੍ਹ ਤਾਂ ਹੈ ਨਹੀਂ, ਉਹ ਜਰਨਲਿਸਟ ਹੀ ਨੇ, ਸਾਰੇ ਸਿਆਣੇ ਨੇ, ਪੜ੍ਹੇ ਲਿਖੇ ਨੇ। ਆਈ ਐਮ ਸਰਪ੍ਰਾਈਜ਼, ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਚਾਹੁੰਦੀ, ਬਟ ਇਟਸ ਸੇਮ ਕਿ ਉਹਨਾਂ ਨੇ ਬਸ ਚੱਕ ਕੇ ਜਿਹੜੀ ਨਿਊਜ਼ ਪਾਈ। ਪਰ ਉਹ ਇੱਥੇ ਰੇਸ ਦੀ ਗੇਮ ਖੇਲ ਰਿਹਾ ਕਿ ਮੇਰੀ ਪਹਿਲ ਹੋ ਜਾਵੇ, ਮੈਨੂੰ ਨਿਊਜ਼ ਮਿਲੀ ਹੈ ਵਿਦਆਊਟ ਕਨਫਰਮਿੰਗ ਵਿਦ ਦ ਫੈਮਿਲੀ। ਉਹਨਾਂ ਨੇ ਨਿਊਜ਼ ਪਾਤੀ, ਉਹਨਾਂ ਦਾ ਫੇਸਬੁੱਕ ਚੱਲ ਰਿਹਾ, ਉਹਨਾਂ ਦੀ ਯੂਟਿਊਬ ਚੱਲ ਪਏ, ਚਲੋ ਵੀ ਆਰ ਦ ਵਿਨਰ। ਲਾਈਕਸ ਮਿਲ ਗਏ ਜਾਂ ਡਿਸਲਾਈਕਸ, ਜੋ ਵੀ, ਚਲੋ ਕਿਸੇ ਨੇ ਰਿਪ ਲਿਖਤਾ, ਕਿਸੇ ਨੇ ਉਹ ਵੀਡੀਓ ਵਾਇਰਲਸ ਹੋ ਗਈਆਂ, ਅੱਗੇ ਸ਼ੇਅਰ ਹੋ ਗਈਆਂ। ਪਰ ਬਾਅਦ ਵਿੱਚ ਮੈਂ ਦੇਖਿਆ ਕਿ ਕਈ ਪੇਜਿਸ ਨੇ ਕਿਹਾ ਕਿ ਅਸੀਂ ਸੋਧ ਕਰਦੇ ਹਾਂ, ਪਰ ਉਦੋਂ ਤੱਕ ਗੱਲ ਬਹੁਤ ਦੂਰ ਚਲੇ ਜਾਂਦੀ ਹੈ। ਕਾਫੀ ਦੂਰ ਚਲੀ ਜਾ ਚੁੱਕੀ ਸੀ। ਲੋਕੀ ਫੋਨ ਕਰਕੇ ਹੀ ਪੁੱਛਣ ਲੱਗੇ ਸੀ ਵੀ ਭੋਗ ਕਦੋਂ ਹੈ, ਵੀ ਅਸੀਂ ਸੰਸਕਾਰ ਲਈ ਕਦੋਂ ਆਈਏ, ਸੌਰੀ ਅਸੀਂ ਮਿਸ ਕਰ ਗਏ। ਹੁਣ ਉਹਨਾਂ ਗੱਲਾਂ ਨੂੰ ਸਾਰਿਆਂ ਨੂੰ ਜਵਾਬ ਦਿੰਦੇ ਦਿੰਦੇ, ਇਟ ਇਜ਼ ਨਾਟ ਓਨਲੀ ਇਨ ਇੰਡੀਆ, ਓਵਰਸੀਜ਼ ਤੋਂ ਵੀ ਕਾਲ ਆ ਰਹੀ ਸੀ। ਸਾਰੀ ਰਾਤ ਜਾਗ ਕੇ ਉਹਨਾਂ ਨੇ ਸਾਰੀ ਇੱਕ ਇੱਕ ਕਾਲ ਦਾ ਜਵਾਬ ਮੈਨੂੰ ਦੇਣਾ ਪੈ ਰਿਹਾ ਸੀਗਾ ਕਿ ਵੀ ਸਾਰਿਆਂ ਨੂੰ ਤਸੱਲੀ ਹੋ ਜਾਵੇ ਕਿ ਨਹੀਂ, ਇਟ ਇਜ਼ ਨਥਿੰਗ ਲਾਈਕ ਦੈਟ। ਪਲੱਸ ਆਈ ਹੈਵ ਅਪਡੇਟਡ ਔਨ ਦ ਫੇਸਬੁੱਕ। ਬਟ ਇਹ ਜੀ ਬੇਬੁਨਿਆਦ ਨਿਊਜ਼ ਪਾਣੀ ਪਹਿਲਾਂ ਕਨਫਰਮ ਕਰ ਲੈਣਾ ਚਾਹੀਦਾ, ਉਹ ਜਿਹੜਾ ਵੀ ਹੋਵੇ ਕੋਈ। ਬਟ ਫੈਮਿਲੀ ਨਾਲ ਤਾਂ ਗੱਲਬਾਤ ਹੋਣੀ ਚਾਹੀਦੀ ਆ, ਜਾਂ ਜੇ ਤੁਹਾਡੇ ਕੋਲ ਕਿਸੇ ਥਰੂ ਆਈ ਆ, ਅਕਸਰ ਮੌਤ ਦੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਕਿ ਕਿਸੇ ਦੀ ਤੁਸੀਂ ਮੌਤ ਬਾਰੇ ਅਪਡੇਟ ਦੇ ਰਹੇ ਹੋ, ਕਿਵੇਂ ਦੇ ਸਕਦੇ ਹੋ ਵਿਦਆਊਟ ਕਨਫਰਮੇਸ਼ਨ? ਬਿਲਕੁਲ ਉਹੀ ਮੈਂ ਕਹਿ ਰਹੀ ਹਾਂ ਕਿ ਅਸੀਂ ਆਲਰੇਡੀ ਇਸ ਮੌਤ ਅਤੇ ਜ਼ਿੰਦਗੀ ਦੇ ਖੇਲ ਵਿੱਚ ਆਲਰੇਡੀ 3 ਮਹੀਨਿਆਂ ਤੋਂ ਅਸੀਂ ਖੇਲ ਰਹੇ ਹਾਂ, ਅਤੇ ਉਹ ਅਚਾਨਕ ਇਹਨਾਂ ਨੇ ਉਸ ਚੀਜ਼ ਦਾ ਐਡਵਾਂਟੇਜ ਚੱਕ ਕੇ ਉਹਨੂੰ ਫਲੇਅਰ ਅਪ ਕਰਤਾ ਜਸਟ ਟੂ ਵਿਨ ਦ ਗੇਮ। ਇਟਸ ਐਬਸੋਲੂਟਲੀ ਰੋਂਗ। ਬਹੁਤ ਡਿਸਟਰਬੈਂਸ ਹੋਈ ਹੈ। ਤੁਸੀਂ ਸ਼ੌਕਡ ਹੋਣੇ ਇਸ ਗੱਲੋਂ? ਮੈਂ ਆਈ ਵਾਜ਼ ਟੋਟਲੀ ਸ਼ੌਕਡ, ਆਈ ਵਾਜ਼ ਸਰਪ੍ਰਾਈਜ਼। ਮੈਂ ਬਾਹਰ ਬੈਠੀ ਜਦੋਂ ਮੈਨੂੰ ਨਿਊਜ਼ ਆਈ ਹੈ, ਮੈਂ ਇੱਕਦਮ ਘਬਰਾ ਗਈ, ਭੱਜ ਕੇ ਕਮਰੇ 'ਚ ਜਾ ਕੇ ਦੇਖਿਆ ਕਿ ਕੁਛ ਹੋ ਤਾਂ ਨਹੀਂ ਗਿਆ ਵਾਕਈ। ਆਈ ਮੀਨ ਐਮ ਆਈ ਅਵੇਅਰ ਆਲਦੋ ਆਈ ਐਮ ਸਿਟਿੰਗ ਆਊਟਸਾਈਡ। ਬਿਲਕੁਲ ਘਬਰਾਹਟ ਤਾਂ ਬਹੁਤ ਹੋਈ ਸੀ ਵੀ ਕੁਛ ਹੁਣ ਇਸ ਸਮੇਂ ਵਿੱਚ ਹੋ ਵੀ ਨਾ ਜਾਵੇ। ਕਿਸੇ ਨੇ ਨਿਊਜ਼ ਫੈਲਾਈ ਹੈ, ਕਿਉਂ ਫੈਲਾਈ ਬੇਬੁਨਿਆਦ ਨਿਊਜ਼? ਇਟ ਇਜ਼ ਸੈਡ। ਠੀਕ ਹੈ, ਪਰ ਹੁਣ ਬਹੁਤ ਸਾਰੇ ਲੋਕ ਦੁਆਵਾਂ ਕਰ ਰਹੇ ਨੇ, ਅਤੇ ਮੈਨੂੰ ਲੱਗਦਾ ਦੁਆਵਾਂ ਦਾ, ਕਹਿੰਦੇ ਦਵਾਈ ਦੇ ਨਾਲ ਨਾਲ ਦੁਆ ਦਾ ਅਸਰ ਬਹੁਤ ਹੁੰਦਾ। ਓ ਮਾਈ ਗੋਡ, ਇਹ ਤਾਂ ਪਿਆਰ ਦੇਖ ਕੇ ਮੈਂ ਇਸ ਗੱਲ ਨੂੰ ਬਹੁਤ, ਵੈਸੇ ਆਈ ਐਮ ਵੈਰੀ ਥੈਂਕਫੁਲ। ਸਾਰਿਆਂ ਦਾ ਪਿਆਰ, ਸਤਿਕਾਰ, ਉਹਨਾਂ ਦਾ ਸਨਮਾਨ। ਇਸੀ ਚੀਜ਼ ਨੂੰ ਲੈ ਕੇ ਮੈਂ ਪਿਛਲੇ ਕਾਫੀ ਹਫ਼ਤਿਆਂ ਤੋਂ ਕੰਪਲੇਨ ਕਰ ਰਹੀ ਸੀ ਵੀ ਕਿਸੇ ਵੱਲੋਂ ਕੋਈ ਰਿਸਪੌਂਸ ਨਹੀਂ ਹੈ ਵੀ ਕੀ ਹੈ। ਪਰ ਹੁਣ ਦੇਖ ਕੇ ਇਸ ਗੱਲ ਤੋਂ ਪਤਾ ਚੱਲਦਾ ਕਿ ਨਹੀਂ, ਉਹਨਾਂ ਨੇ ਪ੍ਰੂਵ ਕਰਤਾ ਮੈਨੂੰ ਗਲਤ। ਅਤੇ ਬਹੁਤ ਪਿਆਰ, ਸਨਮਾਨ, ਬਹੁਤ ਸਤਿਕਾਰ ਮਿਲ ਰਿਹਾ। ਗਵਰਨਮੈਂਟ ਵੀ ਲੈਵਲ 'ਤੇ ਬਹੁਤ ਅੱਛੇ ਤਰੀਕੇ ਨਾਲ ਅਪਰੋਚ ਕਰ ਰਹੀ ਹੈ, ਐਂਡ ਆਈ ਐਮ ਰੀਅਲੀ ਓਵਰਵੈਲਮਡ। ਜਦੋਂ ਕਿਉਂਕਿ ਕਰੋਨਾ ਵਾਇਰਸ ਕਾਰਨ ਬਹੁਤ ਕੁਝ ਬੰਦ ਸੀਗਾ, ਅਤੇ ਤੁਸੀਂ ਵੀ ਕੈਨੇਡਾ ਤੋਂ, ਸਾਨੂੰ ਪਤਾ ਲੱਗਿਆ ਕਿ ਜਦੋਂ ਤੁਹਾਨੂੰ ਇਹ ਖਬਰ ਮਿਲੀ ਕਿ ਉਹਨਾਂ ਦੇ ਸੱਟ ਲੱਗੀ ਹੈ ਕੇਦੀਪ ਜੀ ਦੇ, ਤੁਹਾਡੇ ਪਿਤਾ ਜੀ ਦੇ, ਤਾਂ ਤੁਸੀਂ ਵਾਪਸ ਆਏ ਅਤੇ ਪਿਛਲੇ ਦਿਨਾਂ ਦੇ ਵਿੱਚ ਹੌਸਪੀਟਲ ਦੇ ਵਿੱਚ ਸੀਗੇ। ਅਤੇ ਕਿੰਨੇ ਕੁ ਦਿਨ ਰਹੇ ਉਹ ਦਿਨ? ਕਾਫੀ ਮੁਸ਼ਕਿਲ ਭਰੇ ਰਹੇ ਤੁਹਾਡੇ, ਤੁਸੀਂ, ਪਰ ਉਦੋਂ ਤੱਕ ਸ਼ਾਇਦ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹ ਬਿਮਾਰ ਹੋ ਗਏ ਨੇ, ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ ਸੀਗੀ ਜਾਂ ਜਿਨ੍ਹਾਂ ਨੇ ਤੁਹਾਡੀ ਹੈਲਪ ਕਰਨੀ ਸੀਗੀ। ਕਾਫੀ ਲੋਕਾਂ ਨੂੰ ਨਹੀਂ ਸੀ ਪਤਾ। ਮੈਂ ਜ਼ਿਆਦਾ ਉਹਨਾਂ ਨੂੰ ਡਰਾਉਣਾ ਵੀ ਨਹੀਂ ਸੀ ਚਾਹੁੰਦੀ। ਕੋਵਿਡ-19 ਕਰਕੇ ਉਹ ਆ ਵੀ ਨਹੀਂ ਸੀ ਸਕਦੇ,
ਸੋ ਡਿਊ ਟੂ ਦੈਟ ਰੀਜ਼ਨ ਮੈਂ ਥੋੜ੍ਹਾ ਜਿਹਾ ਸਲਾਈਟਲੀ ਅਪਡੇਟ ਕਰਦੀ ਰਹਿੰਦੀ ਸੀ ਫੇਸਬੁੱਕ ਦੇ ਉੱਤੇ। ਸਟਾਫ ਮੈਂਬਰ ਅਪਡੇਟ ਕਰ ਰਹੇ ਸੀਗੇ ਸਾਰਾ ਕੁਝ ਕਿ ਉਹਨਾਂ ਦੀ ਹੈਲਥ ਕਿੱਦਾਂ, ਕੰਡੀਸ਼ਨ ਕਿੱਦਾਂ, ਜਸਟ ਇਨ ਕੇਸ ਐਨੀਥਿੰਗ ਹੈਪਨਸ ਦ ਮੀਡੀਆ ਔਰ ਪੀਪਲ ਔਰ ਦ ਪਬਲਿਕ ਔਰ ਹਿਜ਼ ਫੈਨ ਡਿਜ਼ਰਵ ਟੂ ਨੋ ਫਰਸਟ ਆਫਟਰ ਦ ਫੈਮਿਲੀ। ਸੋ ਮੈਂ ਉਹ ਕਰਦੀ ਰਹਿੰਦੀ ਸੀ। 3 ਮਹੀਨੇ ਹੋ ਗਏ ਸਾਨੂੰ ਇਹਨਾਂ ਚੀਜ਼ਾਂ ਵਿੱਚ ਜੁਗਲਬੰਦੀ ਕਰਦੇ, ਬਟ ਫਾਈਨਲੀ ਹੀ ਇਜ਼ ਆਊਟ ਐਂਡ ਹੀ ਇਜ਼ ਰੈਸਟਿੰਗ ਐਂਡ ਘਰੇ ਆ ਗਏ ਨੇ ਹਸਪੀਟਲ ਤੋਂ? ਬਿਲਕੁਲ ਘਰੇ ਆ ਗਏ ਨੇ, ਪਰਸੋਂ ਉਹਨਾਂ ਨੂੰ ਡਿਸਚਾਰਜ ਹੋ ਕੇ ਘਰੇ ਆ ਗਏ। ਸੈਕਿੰਡ ਡੇ ਹੀ ਸੀਗਾ ਹਜੇ ਘਰੇ, ਅਤੇ ਉਹਨਾਂ ਦੇ ਆ ਨਿਊਜ਼ ਆ ਗਈ ਕਿ ਫੇਕ ਨਿਊਜ਼ ਜਿਹੜੀ ਇਟ ਵਾਜ਼ ਸੋ ਡਿਸਟਰਬਿੰਗ। ਬਟ ਅਸੀਂ ਤੁਹਾਡੇ ਨਾਲ ਰਾਬਤਾ ਕਰ ਰਹੇ ਸੀਗੇ ਤਾਂ ਅਸੀਂ ਇੱਕ ਦਿਨ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਕਿ ਅਸੀਂ ਆਵਾਂਗੇ, ਅਤੇ ਇਨ ਬਿਟਵੀਨ ਇਹ ਨਿਊਜ਼ ਆਉਂਦੀ ਹੈ ਤਾਂ ਮੈਂ ਵੀ ਕਿ ਕੱਲ੍ਹ ਤਾਂ ਗੱਲ ਹੋਈ ਆ, ਹਾਲੇ ਹੁਣ 1 ਘੰਟਾ ਪਹਿਲਾਂ ਤਾਂ ਗੱਲ ਹੋਈ ਆ ਸਾਡੀ ਕਿ ਉਹ ਠੀਕ ਨੇ, ਕਿ ਕਿਸ ਤਰ੍ਹਾਂ ਹੋ ਸਕਦਾ ਹੈ? ਬਿਲਕੁਲ ਇਹੀ ਚੀਜ਼ ਸੋਚ ਕੇ ਸਾਰੇ ਕਹਿੰਦੇ ਹੁਣੇ ਤਾਂ ਗੱਲ ਹੋਈ, ਇਹ ਹੋ ਹੀ ਨਹੀਂ ਸਕਦਾ ਕਿ ਵੀ ਇੱਦਾਂ ਕੁਝ ਹੋਇਆ ਹੋਵੇ। ਉਹੀ ਮੈਨੂੰ ਦੁਬਾਰਾ ਫੋਨ ਕਰਕੇ ਪੁੱਛ ਰਹੇ ਕਿ ਬਿੱਲੀ ਇਜ਼ ਐਵਰੀਥਿੰਗ ਓਕੇ? ਆਈ ਵਾਜ਼ ਲਾਈਕ ਐਬਸੋਲੂਟਲੀ ਫਾਈਨ, ਡੈਡੀ ਇਜ਼ ਰੈਸਟਿੰਗ। ਚਲੋ ਅੱਛਾ ਵੀ ਇਹ ਪਿਆਰ ਦੇਖ ਕੇ, ਸਤਿਕਾਰ ਦੇਖ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ। ਅੱਛਾ, ਹਸਪੀਟਲ 'ਚ ਸੀਗੇ, ਚਲੋ ਠੀਕ ਹੈ ਕਿ ਹੁਣ ਤੁਸੀਂ ਕਹਿ ਰਹੇ ਹੋ ਕਿਉਂਕਿ ਸਟੇਟ ਅਵਾਰਡ ਮਿਲਿਆ, ਜਾਂ ਅਸੀਂ ਕਹਿੰਦੇ ਹਾਂ ਕਿ ਦਰਸ਼ਕਾਂ ਦੇ ਦਿਲਾਂ 'ਤੇ, ਸਰੋਤਿਆਂ ਦੇ ਦਿਲਾਂ 'ਤੇ ਬਹੁਤ ਰਾਜ ਕੀਤਾ, ਉਹਨਾਂ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ। ਜਗਮੋਹਨ ਕੌਰ ਹੋਰਾਂ ਦੇ ਨਾਲ ਜਾਂ ਕੇ-ਦੀਪ ਜੀ ਉਹਨਾਂ ਦੀ ਜੋੜੀ ਬਹੁਤ ਮਕਬੂਲ ਰਹੀ, ਮਤਲਬ ਬਾਲੀਵੁੱਡ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਕੁਝ ਉਹਨਾਂ ਨੇ ਆਪਣਾ ਜਿਹੜਾ ਲਿਵਿੰਗ ਸਟੈਂਡਰਡ ਜਾਂ ਲੀਜੈਂਡ ਗਾਇਕ ਉਹਨਾਂ ਨੂੰ ਮੰਨਿਆ ਜਾਂਦਾ ਵਰਲਡ ਵਾਈਡ, ਦੁਨੀਆ ਭਰ ਦੇ ਵਿੱਚ ਕੇ-ਦੀਪ ਜੀ ਮਸ਼ਹੂਰ ਨੇ, ਹੁਣ ਵੀ ਮਸ਼ਹੂਰ ਨੇ, ਹੁਣ ਵੀ ਉਹਨਾਂ ਦੇ ਗੀਤ ਗਾਏ ਜਾਂਦੇ ਨੇ। ਪਰ ਜਦੋਂ ਹੁਣ ਥੋੜ੍ਹੀ ਯਾਦਦਾਸ਼ਤ ਚਲੇਗੀ ਹੈ ਨਾ, ਥੋੜ੍ਹਾ ਜਿਹਾ ਸੈਡ ਹੁੰਦੇ ਹੋ ਇਸ ਗੱਲੋਂ ਕਿ ਹੈ ਨਾ ਉਹਨਾਂ ਨੂੰ ਜੋ ਉਹਨਾਂ ਦਾ ਸੀਗਾ ਹੁਣ ਤੱਕ ਉਹ ਬਹੁਤ ਦੇਖ ਕੇ, ਹਾਂ ਦੈਟ ਇਜ਼ ਵੈਰੀ ਸੈਡ ਮੋਮੈਂਟ ਕਿ ਹੁਣ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਹੈ। ਬੜੀ ਮੁਸ਼ਕਿਲ ਨਾਲ ਯਾਦ ਕਰਾਉਂਦੇ ਹਾਂ ਤਾਂ ਉਹ ਬਸ ਬਲੈਂਕਲੀ ਦੇਖਦੇ ਹੈ ਅਤੇ ਉਸ ਚੀਜ਼ ਨਾਲ ਅੱਖਾਂ ਭਰ ਆਉਂਦੀਆਂ ਕਿ ਵੀ ਹੀ ਵਾਜ਼ ਵੰਸ ਅਪੋਨ ਅ ਟਾਈਮ ਇੱਕ ਸ਼ੇਰ ਕਹਿੰਦੇ ਆ ਨਾ ਡਿੱਗ ਪਿਆ। ਤੋ ਇਟ ਇਜ਼ ਵੈਰੀ ਸੈਡ ਟੂ ਸੀ ਦੈਟ ਡੈਡ ਇਨ ਦੈਟ ਕੰਡੀਸ਼ਨ ਕਿ ਸਾਰਾ ਕੁਝ ਭੁੱਲ ਗਏ। ਬਟ ਆਈ ਐਮ ਹੋਪਫੁਲ ਉਹ ਥੈਰੇਪੀਜ਼ ਸ਼ੁਰੂ ਕਰ ਦਾਂਗੇ ਕਿ ਉਸ ਚੀਜ਼ ਨਾਲ ਡੈਡੀ ਦੀ ਮੈਮਰੀ ਜਿਹੜੀ ਲੋਸ ਹੋਈ ਹੈ ਉਹ ਵਾਪਸ ਆ ਜਾਵੇ। ਔਰ ਮੈਮਰੀ ਫਲਕਚੁਏਟ ਹੁੰਦੀ ਰਹਿੰਦੀ ਹੈ, ਪਰ ਕਦੇ ਕਦੇ ਯਾਦ ਆ ਜਾਂਦਾ ਅਤੇ ਕਦੇ ਕਦੇ ਭੁੱਲ ਜਾਂਦੇ ਵਿੱਚ ਦੀ। ਡਾਕਟਰਸ ਨਾਲ ਤੁਹਾਡੀ ਗੱਲ ਹੁੰਦੀ ਹੋਣੀ ਹੈ, ਕੀ ਕਹਿੰਦੇ ਨੇ ਇਸ ਬਾਰੇ, ਉਹ ਮੈਮਰੀਜ਼ ਬਾਰੇ ਕਿ ਵਾਪਸ ਆ ਸਕਦੀ ਹੈ, ਕਿਵੇਂ, ਕਿੰਨਾ ਸਮਾਂ ਲੱਗ ਸਕਦਾ? ਉਹ ਕਹਿ ਰਹੇ ਕਿ ਵੀ ਏਜ ਨੂੰ ਨਜ਼ਰ ਵਿੱਚ ਰੱਖਦੇ ਹੋਏ ਇਟ ਵਿਲ ਟੇਕ ਟਾਈਮ ਬਟ ਹੀ ਵਿਲ ਹੀਲ। ਪਰ ਉਹਨਾਂ ਨੂੰ ਰੈਸਟ ਦੀ ਬਹੁਤ ਜ਼ਰੂਰਤ ਹੈ, ਉਹਨਾਂ ਨੂੰ ਅੱਛਾ ਮਾਹੌਲ, ਖਾਣਾ ਪੀਣਾ, ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ। ਉਸ ਤਰੀਕੇ ਨਾਲ ਆਈ ਥਿੰਕ ਫੋਲੋਇੰਗ ਦ ਥੈਰੇਪੀਜ਼ ਹੀ ਵਿਲ ਰਿਕਵਰ। ਸਰਕਾਰ ਦੇ ਪੱਖ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਕੁਝ ਕਰ ਸਕਦੀ ਹੈ ਤੁਹਾਡੀ, ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ, ਕਿਵੇਂ ਦੀ ਹੈਲਪ ਚਾਹੁੰਦੇ ਹੋ ਤੁਸੀਂ? ਵੈਸੇ ਰੱਬ ਦਾ ਦਿੱਤਾ ਹੋਇਆ ਸਾਰਾ ਕੁਛ ਹੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਵੀ ਮੈਂ ਕਿਸ ਪਾਸੋਂ ਹੈਲਪ ਮੰਗਾਂ, ਬਟ ਇਹ ਮੈਂ ਸਰਕਾਰ 'ਤੇ ਹੀ ਛੱਡਿਆ ਹੈ, ਸਰਕਾਰ ਕਿਸ ਪੱਖੋਂ ਮੇਰੀ ਹੈਲਪ ਕਰ ਸਕਦੀ ਹੈ, ਕਿਉਂਕਿ ਉਹਨਾਂ ਦੇ ਪ੍ਰੋਟੋਕੋਲਸ ਕੀ ਨੇ ਮੈਂ ਜਾਣਦੀ ਨਹੀਂ। ਡੈਡੀ ਨੂੰ ਸਟੇਟ ਅਵਾਰਡ ਮਿਲ ਚੁੱਕਿਆ, ਉਹਦੇ ਬੈਨੀਫਿਟਸ ਕੀ ਨੇ, ਵੈਦਰ ਇਟਸ ਅ ਮੈਡੀਕਲ ਰੀਜ਼ਨ, ਚਾਹੇ ਤੁਸੀਂ ਮੈਡੀਕਲ ਵਿੱਚੋਂ ਜਾਂ ਮੈਡੀਸਨਸ ਜਾਂ ਔਨ ਕੋਈ ਟਰੀਟਮੈਂਟ ਡੈਡੀ ਦੀ ਬਹੁਤ ਜ਼ਰੂਰੀ ਹੈ, ਉਹਨੇ ਕੰਟੀਨਿਊਟੀ ਰਹਿਣੀ ਬਹੁਤ ਜ਼ਰੂਰੀ ਹੈ। ਅਤੇ ਮੈਂ ਇਹ ਗੌਰਮੈਂਟ ਦੇ ਉੱਤੇ ਹੀ ਵੈਸੇ ਛੱਡਿਆ ਕਿ ਵੀ ਜੋ ਵੀ ਉਹਨਾਂ ਦੇ ਪ੍ਰੋਟੋਕੋਲ ਨੇ, ਜਿਹਦੇ ਵਿੱਚ ਵੀ ਜਿਸ ਖੇਤਰ ਵਿੱਚ ਵੀ ਹੈਲਪ ਕਰ ਸਕਦੇ ਨੇ, ਆਈ ਵਿਲ ਬੀ ਹੈਪੀ ਟੂ ਹੈਵ ਦਮ। ਅਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ, ਚਾਹੇ ਵਿਧਾਇਕ ਹੋਣ ਕੋਈ ਇਲਾਕੇ ਦੇ, ਜਾਂ ਇਵਨ ਕੋਈ ਮਨਿਸਟਰ ਹੋਣ, ਕਿਉਂਕਿ ਸਾਡੇ ਕਲਚਰਲ ਅਫੇਅਰਸ ਦੇ ਮਨਿਸਟਰ ਹੁੰਦੇ ਨੇ, ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਸ ਫੀਲਡ ਨਾਲ, ਤਾਂ ਉਹਨਾਂ ਦਾ ਚਾਹੇ ਉਹ ਖੁਦ ਆਉਣ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਆਵੇ ਜਾਂ ਡਿਪਟੀ ਕਮਿਸ਼ਨਰ ਜਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ, ਕੋਈ ਹੁਣ ਤੱਕ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਡੇ ਤੱਕ ਕੋਈ ਪਹੁੰਚ ਹੋਈ ਹੈ ਇਸ ਤਰ੍ਹਾਂ ਦੀ? ਸੀ ਦੋ ਦੇ ਹੈਵ ਨਾਟ ਨਹੀਂ, ਕੋਈ ਕਿਸੇ ਨੇ ਮੈਨੂੰ ਕੰਟੈਕਟ ਨਹੀਂ ਸੀ ਕੀਤਾ ਜਦ ਤੱਕ ਮੈਂ ਅੱਗੇ ਵੱਧ ਕੇ ਉਹਨਾਂ ਨੂੰ ਆਵਾਜ਼ ਨਹੀਂ ਦਿੱਤੀ। ਮੇ ਬੀ ਡਿਊ ਟੂ ਲੈਕ ਆਫ ਇਨਫੋਰਮੇਸ਼ਨ ਐਂਡ ਕੋਵਿਡ-19, ਇਹਦੇ 3 ਚੀਜ਼ਾਂ ਉਹਨਾਂ ਦੇ ਹੱਕ ਵਿੱਚ ਸੀਗੀਆਂ, ਸੋ ਦੇ ਕੁਡਨਟ ਡੂ ਐਨੀਥਿੰਗ। ਬਟ ਨਾਓ ਆਈ ਐਮ ਓਵਰਵੈਲਮਡ ਕਿ ਲੋਕਾਂ ਨੇ ਜਿੱਦਾਂ ਮੈਂ ਮੈਸੇਜ ਪਹੁੰਚਾਉਣਾ ਸ਼ੁਰੂ ਕੀਤਾ, ਸਾਰਿਆਂ ਨੇ ਸਤਿਕਾਰ ਔਰ ਪਿਆਰ ਦਿਖਾਇਆ, ਐਂਡ ਦ ਗਵਰਨਮੈਂਟ ਇਜ਼ ਆਲਸੋ ਅਪਰੋਚਿੰਗ ਮੀ। ਲੈਟਸ ਸੀ ਹੁਣ ਉਹ ਕਿਸ ਲੈਵਲ 'ਤੇ ਮੇਰੀ ਹੈਲਪ ਕਰਦੇ ਆ। ਕਿਉਂਕਿ ਜਦੋਂ ਕੋਈ ਵਿਪਤਾ ਦੇ ਵਿੱਚ ਹੁੰਦਾ ਹੈ, ਉਦੋਂ ਥੋੜ੍ਹਾ ਜਿਹਾ ਹੁੰਦਾ ਹੈ ਕਿ ਕਿਸੇ ਪਾਸਿਓਂ, ਚਾਹੇ ਧਰਵਾਸ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਜਾਂ ਹੌਸਲਾ ਕਹਿ ਦਿੰਦੇ ਆ, ਚਾਹੇ ਸਰਕਾਰ ਪੱਖੋਂ ਹੋਵੇ, ਜਾਂ ਜਿਹੜੇ ਉਹਨਾਂ ਦੇ ਨੋਨ ਸਮਕਾਲੀ ਕਲਾਕਾਰ ਬਹੁਤ ਸਾਰੇ ਹੁੰਦੇ ਨੇ ਜਿਹੜੇ ਵੈਲਫਿਸ਼ਰ ਹੁੰਦੇ ਨੇ, ਉਹ ਥੋੜ੍ਹਾ ਜਿਹਾ ਲੱਗਦਾ ਕਿ ਪਰਿਵਾਰ ਨੂੰ, ਹਾਲਾਂਕਿ ਜ਼ਰੂਰੀ ਨਹੀਂ ਕਿ ਆ ਕੇ ਕੋਈ ਫੋਨ 'ਤੇ ਕੋਈ ਕਿਵੇਂ ਕਿਸੇ ਨਾ ਕਿਸੇ ਤਰੀਕੇ ਕਿ ਹੌਸਲਾ ਮਿਲ ਜਾਵੇ। ਤੁਸੀਂ ਹੁਣ ਇਕੱਲੇ ਲੜ ਰਹੇ ਹੋ, ਸਾਨੂੰ ਪਿਛਲੇ ਦਿਨਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਕਿ ਪਿਤਾ ਜੀ ਦੇ, ਹਾਲਾਂਕਿ ਚਲੋ ਠੀਕ ਹੈ ਤੁਸੀਂ ਉਹਨਾਂ ਦੀ ਧੀ ਹੋ, ਤੁਹਾਡਾ ਫਰਜ਼ ਵੀ ਹੈ, ਪਰ ਫਿਰ ਵੀ ਥੋੜ੍ਹਾ ਜਿਹਾ ਹੌਸਲੇ ਦੀ ਲੋੜ ਹੁੰਦੀ ਹੈ ਅਜਿਹੇ ਸਮੇਂ 'ਚ। ਹਾਂ, ਇਨੀਸ਼ੀਅਲੀ ਜਦੋਂ ਮੈਂ ਇੱਥੇ ਆਈ ਸੀ ਮੈਨੂੰ ਹੌਸਲੇ ਦੀ ਬਹੁਤ ਲੋੜ ਸੀ। ਮੈਂ ਉਸੇ ਚੀਜ਼ ਨੂੰ ਲੈ ਕੇ ਥੋੜ੍ਹਾ ਜਿਹਾ
ਮੀਡੀਆ ਦੇ ਥਰੂ ਜ਼ੋਰ ਪਾਇਆ ਸੀ ਕਿ ਕੋਈ ਅਪਰੋਚ ਨਹੀਂ ਕਰ ਰਿਹਾ। ਉਹ ਅਪਰੋਚ ਦਾ ਮਤਲਬ ਇਹੀ ਸੀਗਾ ਕਿ ਵੀ ਮੈਨੂੰ ਇੱਕ ਹੌਸਲਾ ਚਾਹੀਦਾ ਸੀਗਾ, ਚਾਹੇ ਉਹ ਮੀਡੀਆ ਹੀ ਹੋਵੇ, ਚਾਹੇ ਉਹ ਨਾਲ ਦਾ ਪੜੋਸੀ ਕਿਉਂ ਨਾ ਹੋਵੇ। ਇੱਕ ਹੌਸਲਾ ਬਹੁਤ ਜ਼ਰੂਰੀ ਹੈ ਇਸ ਖੇਤਰ ਵਿੱਚ। ਕਮ ਸੇ ਕਮ ਤੁਸੀਂ ਆ ਕੇ ਉਹਨੂੰ ਪੁੱਛੋ, ਉਹਨਾਂ ਨੂੰ ਦੱਸੋ, ਤਾਂ ਉਹਦੇ ਨਾਲ ਹੀ ਇਹ ਫੀਲ ਹੁੰਦਾ ਕਿ ਯੂ ਹੈਵ ਪੀਪਲ ਅਰਾਊਂਡ ਯੂ ਹੂ ਆਰ ਹੈਲਪਿੰਗ ਯੂ। ਔਰ ਮੈਨੂੰ ਸ਼ੁਰੂਆਤ ਵਿੱਚ ਬਹੁਤ ਜ਼ਰੂਰਤ ਸੀਗੀ ਹੈਲਪ ਦੀ, ਪਰ ਹੁਣ ਐਂ ਲੱਗਦਾ ਕਿ ਵੀ ਪੂਰਾ ਦੇਸ਼ ਮੇਰੇ ਨਾਲ ਹੈ, ਪਰਿਵਾਰ ਵਾਂਗ ਮੇਰੇ ਨਾਲ ਖੜਾ ਹੈ। ਔਰ ਹਰ ਪਾਸੋਂ ਫੋਨ ਆ ਰਿਹਾ, ਮੈਸੇਜਿਸ ਆ ਰਹੇ ਹੈ। ਮੈਨੂੰ ਹੁਣ ਇਹ ਹੋ ਰਿਹਾ ਕਿ ਵੀ ਮੈਂ ਮਤਲਬ ਭਰਪੂਰ ਹੋ ਗਈ, ਮੈਂ ਭਰ ਗਈ ਕਿ ਇਟ ਇਜ਼ ਸੋ ਨਾਈਸ ਟੂ ਹੈਵ ਵੀ ਹੌਸਲਾ ਬਹੁਤ ਜ਼ਰੂਰੀ ਹੈ। ਕਿਉਂਕਿ ਆਰਥਿਕ ਪੱਖੋਂ ਕਈ ਵਾਰੀ ਕੁਝ ਅਸੀਂ ਦੇਖਿਆ ਬਹੁਤ ਸਾਰੇ ਕਲਾਕਾਰਾਂ ਨੂੰ ਟੁੱਟ ਜਾਂਦੇ ਨੇ, ਚਲੋ ਨਾਮ ਨਹੀਂ ਲੈਂਦੇ ਹੁਣ ਇਸ ਵੇਲੇ, ਤਾਂ ਉਹਨਾਂ ਦੀ ਜਿਹੜੀ ਲਾਸਟ ਟਾਈਮ ਹੈ ਉਹ ਥੋੜ੍ਹਾ ਮੁਸ਼ਕਿਲ ਹੋ ਜਾਂਦਾ। ਅਤੇ ਕੇਦੀਪ ਹੋਰਾਂ ਦੇ ਮਾਮਲੇ ਦੇ ਵਿੱਚ ਨਹੀਂ ਇਸ ਤਰ੍ਹਾਂ ਹੈਗਾ, ਆਰਥਿਕ ਪੱਖੋਂ ਤੁਸੀਂ ਸਹੀ ਹੋ, ਫਾਈਨੈਂਸ਼ੀਅਲ ਪੱਖੋਂ? ਹਾਂਜੀ ਬਿਲਕੁਲ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਰੱਬ ਦਾ ਦਿੱਤਾ ਹੋਇਆ ਸਭ ਕੁਛ ਹੈਗਾ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ। ਅਤੇ ਘਾਟ ਜੇ ਹੋਈ ਸੀ, ਮੈਨੂੰ ਲੱਗਿਆ ਕਿ ਡੈਡੀ ਬੀਇੰਗ ਅ ਲੈਜੈਂਡ ਹੀ ਹੈਜ਼ ਐਂਟਰਟੇਨ ਪੀਪਲ। ਪੰਜਾਬੀਅਤ ਦੀ ਡੈਡੀ ਨੇ ਪੂਰੀ ਖਾਤਰਦਾਰੀ ਕੀਤੀ ਹੈ, ਦਿਲੋਂ ਕੀਤੀ ਹੈ। ਆਪਣੀ ਪੋਕਟ ਵਿੱਚੋਂ ਵੀ ਲਾ ਕੇ ਜੇ ਕਰਨੀ ਪਏ ਉਹ ਵੀ ਕਹਿੰਦੇ ਮੈਂ ਕਰੂੰਗਾ, ਬਿਕੋਜ਼ ਹੀ ਇਨ ਸਿਵਲ ਇੰਜੀਨੀਅਰਿੰਗ ਡੈਡੀ ਨੇ ਕੀਤੀ ਹੈ। ਸਿੰਗਿੰਗ ਡੈਡੀ ਨੇ ਬਾਏ ਇਟ ਵਾਜ਼ ਹਿਜ਼ ਚੋਇਸ। ਸੋ ਉਹ ਡੈਡੀ ਦੀ ਜ਼ਿੰਮੇਦਾਰੀ ਸਮਝ ਕੇ ਡੈਡੀ ਨੇ ਪੰਜਾਬ ਵਿੱਚ ਆਪਣਾ ਪੂਰਾ ਹਿੱਸਾ ਦਿੱਤਾ। ਮੋਮ ਵੀ ਪੂਰਾ ਕਰਦੇ ਸੀ। ਸੋ ਥਰੂ ਦੇਅਰ ਸੌਂਗਸ ਦੇ ਐਂਟਰਟੇਨ ਪੀਪਲ ਐਂਡ ਲੋਟ ਆਫ ਟੀਚਿੰਗ। ਡੈਡੀ ਦੀ ਮੋਮ ਦੇ ਸੌਂਗ ਦੇ ਵਿੱਚੋਂ ਟੀਚਿੰਗ ਵੀ ਬਹੁਤ ਹੋਈ ਹੈ। ਸੋ ਉਸ ਲੈਵਲ ਨੂੰ ਲੈ ਕੇ ਮੈਨੂੰ ਲੱਗਿਆ ਕਿ ਵੀ ਗਵਰਨਮੈਂਟ ਉਨੀ ਇਨੀਸ਼ੀਏਟਿਵ ਲੈ ਨਹੀਂ ਰਹੀ ਜਿੰਨਾ ਉਹਨਾਂ ਨੂੰ ਲੈਣਾ ਚਾਹੀਦਾ। ਬਟ ਨਾਓ ਦੇ ਅਪਰੋਚਿੰਗ ਮੀ ਐਂਡ ਆਮ ਓਵਰ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਕਿਸੇ ਮੈਰਿਜਸ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਡੀਜੇ 'ਤੇ ਜਿਹੜੇ ਉਹ ਜ਼ਰੂਰ ਐਂਡ ਦੇ ਵਿੱਚ, ਚਾਹੇ ਉਹ ਬੜਾ ਕਰਾਰਾ ਪੂਦਨਾ ਜਾਂ ਹੋਰ ਬਹੁਤ ਸਾਰੇ ਸੌਂਗ ਜਾਂ ਬਾਬਾ ਵੇ ਕਲਾ ਮਰੋੜ, ਉਹ ਜ਼ਰੂਰ, ਉਹ ਤੋਂ ਬਿਨਾਂ ਸ਼ਾਇਦ ਵਿਆਹ ਅਧੂਰੇ ਹੁੰਦੇ ਨੇ ਹੁਣ ਵੀ। ਹਾਂ ਉਹ ਤਾਂ ਹੈ ਹੀ। ਮੈਂ ਵੀ ਦੇਖਦੀ ਹੁੰਦੀ ਹਾਂ ਕਾਫੀ ਫੰਕਸ਼ਨਸ ਦੇ ਉੱਤੇ ਗਾਣਾ ਇੱਕੋ ਦਮ ਪਤਾ ਨਹੀਂ ਮੇਰੇ ਆਏ 'ਤੇ ਹੀ ਲਾ ਦਿੰਦੇ ਆ ਮੋਮ ਡੈਡ ਦਾ ਗਾਣਾ, ਅਤੇ ਉਹ ਜਦੋਂ ਲਾਉਂਦੇ ਇੱਕਦਮ ਮੈਨੂੰ ਫਿਰ ਮਾਣ ਹੁੰਦਾ ਵੀ ਕੇਦੀਪ ਹੋਰਾਂ ਦੇ, ਜਗਮੋਹਨ ਕੌਰ ਹੋਰਾਂ ਦੇ ਘਰੇ ਤੁਸੀਂ ਪੈਦਾ ਹੋਏ। ਬਹੁਤ ਮਾਣ ਹੁੰਦਾ। ਉਹਦੇ ਤਾਂ ਕੋਈ ਮਤਲਬ ਲਫ਼ਜ਼ ਹੈ ਹੀ ਨਹੀਂ। ਮੈਂ ਤੋਲਦੀ ਰਹਿੰਦੀ ਹਾਂ, ਲਫ਼ਜ਼ ਲੱਭਦੀ ਰਹਿੰਦੀ ਹਾਂ, ਪਰ ਉਹਦੀ ਡਿਕਸ਼ਨਰੀ ਵਿੱਚ ਕਿਤੇ ਕੋਈ ਲਫ਼ਜ਼ ਨਹੀਂ ਹੈ। ਇਹ ਜ਼ਾਹਿਰ ਕਰਨਾ ਕਿ ਵੀ ਕਿੰਨਾ ਮਾਣ ਹੁੰਦਾ ਵੀ ਮੈਂ ਇਸ ਕਪਲ ਦੀ ਬੇਟੀ ਹਾਂ। ਜਗਮੋਹਨ ਕੌਰ ਜੀ ਕਾਫੀ ਪਹਿਲਾਂ ਚਲੇ ਗਏ, 97 'ਚ ਸ਼ਾਇਦ ਉਹਨਾਂ ਦਾ ਦੇਹਾਂਤ ਹੋ ਜਾਂਦਾ। ਕਾਫੀ ਜ਼ਿੰਦਗੀ ਕੇਦੀਪ ਹੋਰਾਂ ਨੂੰ ਇਕੱਲੇ ਕੱਟਣੀ ਪੈਂਦੀ ਹੈ, ਅਤੇ ਇਸ ਗੱਲ ਦਾ ਵੀ ਥੋੜ੍ਹਾ ਜਿਹਾ ਨਾ ਤੁਹਾਨੂੰ ਲੱਗਦਾ ਕਿ ਉਹ ਜਲਦੀ ਚਲੇ ਗਏ, ਅੱਜ ਉਹ ਵੀ ਨਾਲ ਹੁੰਦੇ ਤਾਂ ਜ਼ਿਆਦਾ ਵਧੀਆ ਹੁੰਦਾ, ਹੌਸਲੇ ਨਾਲ ਤੁਸੀਂ ਲੜ ਸਕਦੇ ਇਸ ਗੱਲ ਦੇ ਨਾਲ। ਬਿਲਕੁਲ ਡੈਡ ਨੇ ਬਹੁਤ ਮਿਸ ਕੀਤਾ ਮੋਮ ਨੂੰ, ਕਿਉਂਕਿ ਦੇ ਵਾਜ਼ ਜਿਵੇਂ ਕਹਿ ਲਓ ਨਾ, ਇੱਕ ਢਾਂਚਾ ਬਣਾ ਦਿਓ ਉਹਦਾ, ਅੱਧਾ ਉਹਨੂੰ ਅੱਧਾ ਕਰ ਦਿਓ, ਅੱਧਾ ਹਿੱਸਾ ਰਹਿ ਗਿਆ। ਡੈਡ ਵਾਜ਼ ਟੋਟਲੀ ਇਨਕੰਪਲੀਟ ਵਿਦਆਊਟ ਮੋਮ। ਅਤੇ ਮੰਮੀ ਦਾ ਜਲਦੀ ਜਾਣਾ ਬਿਲਕੁਲ ਅਚਾਨਕ, ਇਟ ਵਾਜ਼ ਬਹੁਤ ਵੱਡਾ ਧੱਕਾ ਸੀਗਾ ਫੈਮਿਲੀ ਨੂੰ। ਆਈ ਐਮ ਸ਼ੋਰ ਕਿ ਪੰਜਾਬ ਨੂੰ ਵੀ ਉਨਾ ਹੀ ਧੱਕਾ ਲੱਗਿਆ ਹੋਣਾ। ਅਤੇ ਡੈਡ ਇਨਕੰਪਲੀਟ ਹੋ ਗਏ ਸੀ। ਡੈਡੀ ਦੇ ਕਾਫੀ ਫੀਚਰਸ ਜਿੰਨੇ ਡੈਡੀ ਨੇ ਤਿਆਰ ਕੀਤੇ ਸੀ ਸਾਰੇ ਇਨਕੰਪਲੀਟ ਰਹਿ ਗਏ, ਮੋਮ ਦੇ ਨਾਲ ਤਿਆਰ ਕੀਤੇ ਹੋਏ ਸੀ। ਸੋ ਹੀ ਰੀਅਲੀ ਮਿਸਿਜ਼ ਹਰ, ਹੀ ਸਟਿਲ ਮਿਸਿਜ਼ ਹਰ। ਯਾਦਾਂ ਸਾਂਝੀ ਕਰਨੇ ਚਾਹੁੰਦੇ ਹੋ ਕੋਈ ਪਿਤਾ ਜੀ ਹੋਰਾਂ ਦੀਆਂ ਪੁਰਾਣੀਆਂ, ਜਦੋਂ ਇਕੱਠੇ ਗਾਉਂਦੇ ਸੀਗੇ, ਜਾਂ ਤੁਹਾਨੂੰ ਕਦੇ ਤੁਸੀਂ ਮੌਕਾ ਮਿਲਿਆ ਕਿ ਉਹ ਸਟੇਜ 'ਤੇ ਗਾ ਰਹੇ ਹੋਣ ਅਤੇ ਤੁਸੀਂ ਉਸੇ ਫੰਕਸ਼ਨ 'ਚ ਹੋਵੋ ਐਜ਼ ਏ ਦਰਸ਼ਕ, ਉਹ ਤੁਸੀਂ ਦੇਖਿਆ ਹੋਵੇ, ਇਸ ਤਰ੍ਹਾਂ ਦਾ ਕੁਝ ਬਹੁਤ ਵਾਰ ਹੋਇਆ ਹੋਣਾ ਇਸ ਤਰ੍ਹਾਂ? ਵੈਲ ਕਾਫੀ ਫੰਕਸ਼ਨਸ ਨੇ ਜਿਹੜੇ ਮੈਂ ਇੱਦਾਂ ਅਟੈਂਡ ਕੀਤੇ ਨੇ, ਪਰ ਇਹਦੇ ਦੀ ਕੋਈ ਖਾਸ ਯਾਦ ਨਹੀਂ ਹੈ। ਪਰ ਇੰਨਾ ਹੈ ਕਿ ਵੀ ਮੈਂ ਜਦੋਂ ਆਉਂਦੀ ਹੁੰਦੀ ਸੀ ਕੈਨੇਡਾ ਤੋਂ ਛੁੱਟੀਆਂ ਦੇ ਵਿੱਚ, ਅਤੇ ਮੋਮ ਡੈਡ ਦੇ ਕੌਂਸਰਟਸ ਹੁੰਦੇ ਸੀ, ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀ। ਫਿਰ ਉਹਨਾਂ ਨੇ ਖਾਸ ਤੌਰ 'ਤੇ ਸਟੇਜ ਦੇ ਉੱਤੇ ਅਨਾਊਂਸ ਕਰਨਾ ਕਿ ਇਸ ਫੰਕਸ਼ਨ 'ਤੇ ਮੇਰੀ ਬੇਟੀ ਆਈ ਹੋਈ ਹੈ, ਅਤੇ ਕੈਨੇਡਾ ਤੋਂ ਸਾਡੇ ਨਾਲ ਆਏ, ਅਤੇ ਸਾਰਿਆਂ ਨੇ ਫਿਰ ਘੁੰਮ ਕੇ ਦੇਖਣਾ ਕਿ ਵੀ ਇਹ ਉਹਨਾਂ ਦੀ ਬੇਟੀ ਆਈ ਹੈ। ਫਿਰ ਮੈਂ ਮੋਮ ਨੂੰ ਥੋੜ੍ਹਾ ਜਿਹਾ ਘੂਰਦੀ ਹੁੰਦੀ ਸੀ, ਮੰਮੀ ਤੁਹਾਨੂੰ ਕੀ ਜ਼ਰੂਰ ਹੈ ਮੇਰਾ ਜ਼ਿਕਰ ਕਰਨ ਦੀ। ਮੰਮੀ ਕਹਿੰਦੇ ਕੋਈ ਨਹੀਂ, ਸ਼ੇਰ ਬਣ ਕੇ ਬੈਠਿਆ ਕਰ, ਕੋਈ ਨਹੀਂ, ਲੈਟ ਐਵਰੀਬਡੀ ਸੀ ਐਂਡ ਇੰਜੋਏ ਦ ਵਿਊ। ਜਦੋਂ ਸਟੇਜ 'ਤੇ ਹੁੰਦੇ ਸੀ ਉਹ, ਅਸੀਂ ਉਹਨਾਂ ਦੀਆਂ ਹੁਣ ਵੀ ਵੀਡੀਓਜ਼ ਦੇਖਦੇ ਹਾਂ ਤਾਂ ਹਸਾਉਣ ਵਾਲਾ ਫੈਕਟ ਜਿਹੜਾ ਇੱਕ ਉਹਨਾਂ ਦਾ ਰਹਿੰਦਾ ਸੀਗਾ, ਚਾਹੇ ਉਹ ਮਾਈ ਮੋਹਣੋ ਕਹਿ ਕੇ ਹੋਵੇ, ਚਾਹੇ ਪੋਸਤੀ ਦਾ ਇੱਕ ਕਰੈਕਟਰ ਹੋਵੇ, ਚਾਹੇ ਉਹ ਗਾਣੇ ਦੇ ਨਾਲ ਨਾਲ ਮਤਲਬ ਇੱਕ ਐਂਟਰਟੇਨਮੈਂਟ ਵੀ ਕਰਦੇ ਸੀ। ਬਿਲਕੁਲ, ਉਹ ਮਾਈ ਗੋਡ ਤਾਂ ਹੁਣ ਵੀ ਜਿਹੜੀ ਜਿਵੇਂ ਬਿਮਾਰ ਨੇ ਅਤੇ ਕਦੇ ਕਦੇ ਵਿੱਚ ਦੀ ਇੱਦਾਂ ਦੀ ਗੱਲ ਬੋਲ ਜਾਂਦੇ ਕਿ ਸਾਡੇ ਸਾਰਿਆਂ ਦਾ ਹਾਸਾ, ਹੌਸਪੀਟਲ 'ਚ ਸਾਰੀਆਂ ਨਰਸਿਸ ਡੈਡੀ ਦੇ ਆਸੇ ਪਾਸੇ ਖੜੀਆਂ ਹੋ ਕੇ, ਸਰ ਇੱਕ ਗਾਣਾ, ਉਹ ਮਾਈ ਗੋਡ, ਡੈਡੀ ਹੁਣ ਵੀ ਹਸਾ ਦਿੰਦੇ ਆ। ਪਤਾ ਨਹੀਂ ਉਹ ਡੈਡੀ ਦੇ ਅੰਦਰ ਹੀ ਇੱਕ ਲੈਅ ਹੈਗੀ ਇੱਦਾਂ ਦੀ, ਕਿ ਅੰਦਰ ਦੀ ਟੋਨ ਡੈਡੀ ਦੀ ਇੱਦਾਂ ਦੀ ਹੈ ਦੈਟ ਹੀ ਮੇਕਸ ਪੀਪਲ ਲਾਫ ਐਂਡ ਆਪ ਸੀਰੀਅਸ ਰਹਿਣਗੇ ਪਰ ਦੂਜੇ ਦੀ ਮਤਲਬ ਬੱਖੀਆਂ ਟੁੱਟ ਜਾਂਦੀਆਂ। ਸਟਾਈਲ ਆ ਉਹ ਇਸ ਤਰ੍ਹਾਂ, ਉਹਨਾਂ ਦਾ ਸਟਾਈਲ ਹੈ ਜਿਹੜਾ ਨਾ,
ਉਹੀ ਹਸਾ ਦਿੰਦਾ ਕਾਫੀ, ਜਿਸ ਤਰੀਕੇ ਨਾਲ ਗੱਲ ਕਰਦੇ ਆ। ਉਹ ਮਾਈ ਮੋਨੋ ਵਾਲੀ ਟੋਨ ਹੁਣ ਵੀ ਹੈ ਡੈਡੀ ਦੇ ਗਲੇ ਵਿੱਚ, ਕਿਸੇ ਨੂੰ ਵੀ ਬੁਲਾਉਣ ਤਾਂ ਉਹ ਮਾਈ ਮੋਨੋ ਵਾਲੀ ਟੋਨ ਆ ਜਾਂਦੀ ਹੈ, ਉਹ ਹਾਸਾ ਹੀ ਆ ਜਾਂਦਾ ਸਾਨੂੰ ਸਾਰਿਆਂ ਨੂੰ। ਚਲੋ ਜਾਂਦੇ ਜਾਂਦੇ ਜਿਹੜੇ ਚਾਹੁਣ ਵਾਲੇ ਨੇ ਕੇਦੀਪ ਹੋਰਾਂ ਜੀ ਦੇ, ਜਗਮੋਹਨ ਕੌਰ ਹੋਰਾਂ ਜੀ ਦੇ ਅਤੇ ਤੁਹਾਡੀ ਫੈਮਿਲੀ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਲੋਕ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਇੱਦਾਂ ਹੀ ਜੁੜੇ ਰਹੋ ਨਾਲ, ਇੱਦਾਂ ਹੀ ਕੋਈ ਵੀ ਹੋਵੇ, ਚਾਹੇ ਉਹ ਲੀਡਰ ਹੋਵੇ, ਚਾਹੇ ਉਹ ਸਿੰਗਰ ਹੋਵੇ, ਆਰਟਿਸਟ ਹੋਵੇ, ਸਾਰਿਆਂ ਨੂੰ ਇੱਕ ਸਾਰਿਆਂ ਨੇ ਸੇਵਾ ਕੀਤੀ ਹੈ ਇਸ ਮੁਲਕ ਦੀ, ਆਪਣੇ ਕਲਚਰ ਦੀ, ਆਪਣੇ ਇਹਨੂੰ ਪ੍ਰੀਜ਼ਰਵ ਕਰਕੇ ਰੱਖੋ ਅਤੇ ਜਿੰਨਾ ਹੋ ਸਕੇ ਉਹਨਾਂ ਨੂੰ ਹੌਸਲਾ ਦੇਵੋ, ਇੱਜ਼ਤ ਕਰੋ ਅਤੇ ਪ੍ਰੇਅਰ ਕਰੋ ਕਿ ਵੀ ਠੀਕ ਹੋ ਜਾਣ। ਬਹੁਤ ਧੰਨਵਾਦ ਬਿੱਲੀ ਜੀ ਗੱਲਬਾਤ ਕਰਨ ਦੇ ਲਈ। ਸੋ ਅਸੀਂ ਵੀ, ਸਾਡੀਆਂ ਵੀ ਜਿਹੜੀਆਂ ਦੁਆਵਾਂ ਨੇ ਉਹ ਹਮੇਸ਼ਾ ਇਹੀ ਨੇ ਕਿ ਕੇਦੀਪ ਜੀ ਹੋਰੀ ਸਿਹਤਯਾਬ ਜਲਦੀ ਹੋਣ, ਜਲਦੀ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ ਅਤੇ ਫਿਰ ਤੋਂ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਉਸੇ ਤਰ੍ਹਾਂ ਜੋ ਉਹਨਾਂ ਦੀ ਮੈਮਰੀਜ਼ ਜਾਰੀ ਆ ਉਹ ਵਾਪਸ ਆ ਜਾਵੇ ਯਾਦਦਾਸ਼ਤ, ਅਤੇ ਉਸੇ ਤਰ੍ਹਾਂ ਲੋਕਾਂ ਨੂੰ ਵੀ ਐਂਟਰਟੇਨ ਕਰਨ, ਆਪਣੀ ਵੀ ਜ਼ਿੰਦਗੀ ਜੀ ਸਕਣ। ਫਿਲਹਾਲ ਕੈਮਰਾਮੈਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।